25 ਸਤੰਬਰ ਤੋਂ ਜਦੋਂ ਦਾ ਇਹ ਮੋਰਚਾ ਸ਼ੁਰੂ ਹੋਇਆ ਹੈ मैं अपनी बीबियां का भी धन्यवाद करांगी जो मेरा साथ दिंदी है। किसानां दियां करके मैं कुछ चंडीगढ़ के लोकल हो रहा है किसी भी उस 2 साल केले दिन सरकारां दी नीतियां ने और जब देखा सारे कमाई के साधन बंद हो चुके हैं। निकलो बाहर मकानों से जंग लड़ो। अपना किसानों ने शुरू किया है उस टाइम तो साढ़े आम बंदे ने भी ये पता लगा जब लड़ाई लड़ेंगे तब कैसे लड़ाई जीती जा सकती है। याद करो मेरे खब्बे पार्टियां के लीडर इतने बैठे हैं। भूल जाओगे हक्का जो भूल जाओगे जिस तरह किसान है जी किसान बंद है किस तरह देखते हैं। हाँ जी हाँ ਜਿਹੜਾ ਅੱਜ ਭਾਰਤ ਬੰਦ ਹੈ ਜੀ ਸਮੁੱਚੇ ਦੇਸ਼ ਦੇ ਵਿੱਚ ਅਸੀਂ ਇਸ ਦੀ ਬਹੁਤ ਵੱਡੀ ਇਹ ਪ੍ਰਾਪਤੀ ਸਮਝਦੇ ਹਾਂ ਕਿ ਕਿਸਾਨ ਸੰਘਰਸ਼ ਜਿਹੜਾ ਹੈ ਸੰਯੁਕਤ ਮੋਰਚੇ ਦੇ ਵੱਲੋਂ ਥੋੜੇ ਜਿਹੇ ਸਮੇਂ ਦੇ ਅੰਦਰ ਦੇਖੋ ਤੀਜਾ ਜਾਂ ਚੌਥਾ ਭਾਰਤ ਬੰਦ ਹੈ। ਇਹ ਕੋਈ ਖੇਡ ਨਹੀਂ ਹੈ। ਆਉਣ ਵਾਲਾ ਭਾਰਤ ਬੰਦ ਹੈ। ਤੁਸੀਂ ਦੇਖ ਰਹੇ ਹੋ ਕਿ ਅਮਰੀਕਾ ਦੇ ਵਿੱਚ ਮੋਦੀ ਗਿਆ, ਪਹਿਲਾਂ ਵੀ ਮੋਦੀ ਗਿਆ ਸੀ 14 ਤੋਂ ਬਾਅਦ ਹੌਡੀ ਮੋਦੀ ਦੇ ਨਾਰੇ ਲੱਗੇ, ਬੜੇ ਬੜੇ ਹਾਲ ਭਰੇ ਗਏ। ਤੇ ਹੁਣ ਕੀ ਹੋਇਆ ਕਿ ਮੋਦੀ ਦਾ ਉੱਥੇ ਵਿਰੋਧ ਹੋਇਆ ਡਟ ਕੇ, ਤੇ ਥੋੜ੍ਹੇ ਜਿਹੇ ਮੁੱਠੀ ਭਰ ਲੋਕ ਜਿਹੜੇ ਅਰੇਂਜ ਕੀਤੇ ਗਏ ਉਹਨਾਂ ਨੇ ਜਾ ਕੇ ਉਹਦੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੰਡੀਕੇਸ਼ਨਾਂ ਨੇ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਇੱਕ ਡਾਊਨਫਾਲ ਦੇ ਵਿੱਚ ਹੈ, ਲੇਕਿਨ ਇੱਕ ਅੜੀਅਲ ਵਤੀਰਾ ਅਖਤਿਆਰ ਕਰਕੇ ਬੈਠੀ ਹੈ। ਉਹ ਅਡਾਨੀਆਂ ਦੇ ਅੱਗੇ ਹਥਿਆਰ ਸੁੱਟੇ ਹੋਏ ਨੇ। ਲੇਕਿਨ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਣ 26 ਨਵੰਬਰ ਨੂੰ ਕਿਸਾਨ ਪੰਜਾਬ ਤੋਂ ਚੱਲੇ ਸੀ, ਉਹਨਾਂ ਨੂੰ ਤੁਹਾਡੇ ਵਰਗੇ ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਸੀ ਕਿ ਤੁਸੀਂ ਕਿੰਨੀ ਦੇਰ ਦਾ ਰਾਸ਼ਨ ਲੈ ਕੇ ਚੱਲੇ ਹੋ। ਉਹਨਾਂ ਨੇ ਕਿਹਾ 3 ਮਹੀਨੇ ਦਾ। ਉਹ 3 ਮਹੀਨੇ ਨਿਕਲੇ, ਉਸ ਤੋਂ ਬਾਅਦ ਫੇਰ ਪੁੱਛਿਆ 3 ਮਹੀਨੇ ਦਾ, ਫਿਰ 3 ਮਹੀਨੇ ਨਿਕਲੇ, ਫਿਰ 3 ਮਹੀਨੇ ਦਾ, ਹੁਣ ਹੋਰ 3 ਮਹੀਨੇ। ਹੁਣ ਕਿਸਾਨ ਇਹ ਕਹਿ ਰਹੇ ਨੇ ਸਾਡਾ ਇਹ ਅਨਿਸ਼ਚਿਤ ਹੈ, ਜਦ ਤੱਕ ਸਾਡੇ ਕਾਨੂੰਨ ਜਿਹੜੇ ਨੇ ਵਾਪਸ ਨਹੀਂ ਹੁੰਦੇ ਸਾਡਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਔਰ ਤੁਸੀਂ ਦੇਖ ਲਿਓ ਆ 22 ਦੀਆਂ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨੇ 4-5 ਸੂਬਿਆਂ ਦੇ ਅੰਦਰ, ਉੱਥੇ ਸਮੇਤ ਯੂਪੀ ਭਾਜਪਾ ਨੂੰ ਮੂੰਹ ਦੀ ਖਾਣੀ ਪਏਗੀ। ਤੇ ਹੁਣ ਲਗਾਤਾਰ ਤਾਂ ਇਸ ਗੱਲ ਦੇ ਉੱਤੇ ਚਾਹੇ ਉੱਥੇ ਜੋਗੀ ਆ ਚਾਹੇ ਮੋਦੀ ਆ, ਇਹ ਟਰਾਈਆਂ ਕਰ ਰਹੇ ਨੇ ਕਿ ਅਸੀਂ ਉੱਥੋਂ ਨੂੰ ਲੋਕ ਲਵਾਉਣੇ, ਨਾਅਰੇ ਦੇ ਕੇ ਅਸੀਂ ਲੋਕਾਂ ਨੂੰ ਲਵਾ ਲਈਏ। ਲੇਕਿਨ ਜਿਵੇਂ ਉੱਥੇ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਉਹ ਮਹਾਂ ਪੰਚਾਇਤਾਂ ਇਹ ਦਰਸਾਉਂਦੀਆਂ ਨੇ ਕਿ ਉਹ ਲੋਕ ਜਾਗ ਚੁੱਕੇ ਨੇ। ਉਹ ਕਿਸਾਨੀ ਦੇ ਮੁੱਦੇ ਦੇ ਉੱਤੇ ਆਪਣੀ ਜਿਹੜੀ MSP ਹੈ, ਘੱਟੋ ਘੱਟ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਇਹ ਉਹਨਾਂ ਨੂੰ ਸਮਝ ਆਉਣ ਲੱਗ ਪਈ ਹੈ ਕਿ ਸਾਡਾ ਗੰਨੇ ਦਾ ਰੇਟ ਕਿਉਂ ਨਹੀਂ ਮਿਲ ਰਿਹਾ, ਸਾਡੀਆਂ ਦੂਜੀਆਂ ਫਸਲਾਂ ਦੇ ਰੇਟ ਨਾ ਮਿਲਣ ਦਾ ਕਾਰਨ ਕੀ ਹੈ। ਇਸ ਲਈ ਇਹ
ਜਿਹੜਾ ਭਾਰਤ ਬੰਦ ਹੈ ਇਹ ਬਹੁਤ ਕਾਮਯਾਬੀ ਵੱਲ ਜਾ ਰਿਹਾ ਹੈ ਔਰ ਅੱਗੇ ਵੀ ਆਉਣ ਵਾਲੇ ਜਿਹੜੇ ਐਕਸ਼ਨ ਨੇ ਉਹ ਕਾਮਯਾਬੀ ਵੱਲ ਵਧਣਗੇ। ਇਹ ਬਕਾਇਦਾ ਤੌਰ ਤੇ ਰਾਜਨੀਤਿਕ ਤੋਂ ਉੱਪਰ ਹੈ। ਅੰਤ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਅਸੀਂ ਦੇਖਿਆ ਚੰਡੀਗੜ੍ਹ ਦੇ ਅੰਦਰ ਪਿਛਲੇ 10 ਤਰੀਕ ਨੂੰ ਕਿ ਇਹੀ 32 ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਾਲ ਕੀਤਾ ਆਪਣੇ ਜਗ੍ਹਾ ਦੇ ਉੱਤੇ, ਤੇ ਨਹੀਂ ਤੇ ਅਸੀਂ ਹਾੜੇ ਕਰਦੇ ਹਾਂ ਰਾਜ ਕਰਦੀ ਪਾਰਟੀ ਦੇ, ਕੋਈ ਮੰਤਰੀ ਸਮਾਂ ਦੇ ਮੁੱਖ ਮੰਤਰੀ ਸਮਾਂ ਦੇ ਸਾਰੀਆਂ ਰਾਜਨੀਤਿਕ ਧਿਰਾਂ ਨਤਮਸਤਕ ਹੋਈਆਂ ਕਿਸਾਨ ਮੋਰਚੇ ਦੇ ਅੱਗੇ। ਇਹ ਬਹੁਤ ਵੱਡੀਆਂ ਸਫਲਤਾਵਾਂ ਨੇ, ਇਹ ਜਿੱਤਾਂ ਨੇ, ਇਹਨਾਂ ਨੂੰ ਬਿਲਕੁਲ ਹੀ ਅਸੀਂ ਇਸ ਐਂਗਲ ਤੋਂ ਦੇਖਦੇ ਹਾਂ ਕਿ ਇਹ ਐਸਤਾ ਸੰਯੁਕਤ ਮੋਰਚਾ ਜਿਹੜਾ ਉਹ ਆਪਣੇ ਪੈਰ ਅੱਗੇ ਵਧਾ ਰਿਹਾ ਹੈ ਔਰ ਜਿੱਤ ਪ੍ਰਾਪਤ ਕਰੇਗਾ। ਧੰਨਵਾਦ। ਇਹ ਜਿਹੜਾ ਅੱਜ ਬੰਦ ਕੀਤਾ ਹੈ ਜੀ, ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਨੂੰ ਸੱਦਾ ਸੀ ਤੇ ਉਹਨਾਂ ਦੇ ਹੁਕਮ ਦੇ ਮੁਤਾਬਕ ਅਸੀਂ ਸਾਰੇ ਬੰਦ ਕਰਦੇ ਹਾਂ। ਚੰਡੀਗੜ੍ਹ ਦੇ ਜਿੰਨੇ ਵੀ ਪਿੰਡ ਹੈਗੇ ਆ ਉਹ ਸਾਰਿਆਂ ਨੇ ਚੰਡੀਗੜ੍ਹ ਚਾਰੇ ਪਾਸੇ ਤੋਂ ਪੂਰੀ ਬੰਦ ਕੀਤੀ ਹੋਈ ਹੈ। ਕੋਈ ਇੱਥੇ ਹਰਿਆਣੇ ਤੋਂ ਬੰਦਾ ਨਹੀਂ ਆ ਰਿਹਾ, ਕੋਈ ਪੰਜਾਬ ਤੋਂ ਨਹੀਂ ਆ ਰਿਹਾ। ਸਿਰਫ ਐਮਰਜੈਂਸੀਆਂ ਵਾਲੇ ਜਿਹੜੇ ਹੈਗੇ ਆ, ਐਂਬੂਲੈਂਸ ਹੋ ਗਈਆਂ, ਮਿਲਟਰੀ ਵਾਲਿਆਂ ਦੀਆਂ ਗੱਡੀਆਂ ਹੋ ਗਈਆਂ, ਜਾਂ ਕੋਈ ਬਿਮਾਰ ਹੈ ਜਾਂ ਕੋਈ ਪੇਪਰ ਵਾਲਾ ਹੈਗਾ ਜਾਂ ਕਿਸੇ ਦੀ 에ਅਰਪੋਰਟ ਦੀ ਟਿਕਟ ਹੈ ਉਹਨੂੰ ਜਾਣਾ ਹੈਗਾ, ਉਸ ਨੂੰ ਕਿਸੇ ਨੂੰ ਨਹੀਂ ਰੋਕਿਆ ਜਾ ਰਿਹਾ। ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਰਹੇ ਔਰ ਲੋਕ ਸਾਡੇ ਨਾਲ ਸਹਿਮਤ ਹੈ। ਔਰ ਅਸੀਂ ਇਹ ਜਿਹੜਾ ਸੱਦਾ ਦੇਣਾ ਹੈਗਾ ਸਰਕਾਰ ਨੂੰ, ਉਹਨੂੰ ਇਹ ਕਹਿਣਾ ਕਿ ਇਹ ਚੋਰਾਂ ਦੀ ਸਰਕਾਰ ਹੈ ਤੁਹਾਡੀ। ਜਿਹੜੇ ਤੁਸੀਂ ਕਾਲੇ ਕਾਨੂੰਨ ਕਿਸਾਨਾਂ ਦੇ ਉੱਤੇ ਮੱਥਣ ਦੀ ਕੋਸ਼ਿਸ਼ ਕਰ ਰਹੇ ਹੈ, ਉਹ ਮੱਥੇ ਨਹੀਂ ਜਾਣੇ। ਅਸੀਂ ਇਹ ਸਾਰੇ ਵਾਪਸ ਕਰਾਣੇ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਜਦੋਂ ਤੱਕ ਮੰਗੀਆਂ ਨਹੀਂ ਜਾਂਦੀਆਂ ਉਦੋਂ ਤੱਕ ਸਾਡਾ ਮੋਰਚਾ ਉੱਥੇ ਦਿੱਲੀ ਵੀ ਕਾਇਮ ਰਹੇਗਾ, ਦਿੱਲੀ ਦੇ ਚਾਰੇ ਪਾਸੇ ਕਾਇਮ ਰਹੇਗਾ ਔਰ ਅੱਗੇ ਨੂੰ ਵੀ ਅਸੀਂ ਕਾਇਮ ਰੱਖਾਂਗੇ। ਔਰ ਸਾਰੀ ਜਨਤਾ ਚਾਹੇ ਉਹ ਕਿਸੇ ਵੀ ਤਬਕੇ ਦਾ ਹੈਗਾ, ਉਹ ਸਾਡੇ ਨਾਲ ਸਹਿਮਤ ਹੈ ਔਰ ਸਾਡੇ ਨਾਲ ਰਲ ਕੇ ਉਹ ਇਹਦੇ ਵਿੱਚ ਸਹਿਯੋਗ ਵੀ ਕਰ ਰਿਹਾ। ਔਰ ਉਹ ਕਹਿ ਰਹੇ ਹਨ ਕਿ ਅਸੀਂ ਇਹ ਜਿਹੜੀ ਸਰਕਾਰੀ ਨੇ ਮਹਿੰਗਾਈ ਹੱਦ ਤੋਂ ਜ਼ਿਆਦਾ ਵਧਾਤੀ, ਲੋਕਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਕਰਤੀਆਂ, ਲੋਕਾਂ ਨੂੰ ਖਾਣ ਜੋਗਾ ਕੁਝ ਰਿਹਾ ਨਹੀਂ, ਨੌਕਰੀਆਂ ਖਤਮ ਕਰਤੀਆਂ ਤੇ ਹੁਣ ਕੇਲੇ ਦੇ ਕੇ ਉਹਨਾਂ ਨੂੰ ਬਲਗਲਾਉਂਦੇ ਆ ਤੇ ਕਹਿੰਦੇ ਤੁਸੀਂ ਕੇਲੇ ਖਾਓ ਤੇ ਬੀਜੇਪੀ ਨੂੰ ਵੋਟ ਪਾਓ। ਇਹ ਕਦੇ ਨਹੀਂ ਹੋਣੀ। ਇਹ ਬੰਦ ਦਾ ਸੱਦਾ ਇਹ ਪ੍ਰੋਪਰ ਬੰਦ ਹੈ ਔਰ ਇਹ ਹਮੇਸ਼ਾ ਕਿਸਾਨ ਮੋਰਚੇ ਦੇ ਸੱਦੇ ਉੱਤੇ ਹਮੇਸ਼ਾ ਬੰਦ ਹੀ ਰਹੇਗਾ। ਅੱਜ ਇੱਥੇ ਕਿਸਾਨ ਉਹਨਾਂ ਦੇ ਕੋਲ ਇੱਕੋ ਸਾਧਨ ਹੁੰਦਾ ਕਿ ਟਰੈਕਟਰ ਹੁੰਦਾ। ਜਦੋਂ ਆਉਂਦੇ ਆ ਤਾਂ ਟਰੈਕਟਰਾਂ ਦੇ ਉੱਤੇ ਆਉਂਦੇ ਆ। ਸਾਡੇ ਕਿਸਾਨਾਂ ਨੇ ਟਰੈਕਟਰ ਸਾਈਡ ਦੇ ਉੱਤੇ ਖੜੇ ਕੀਤੇ ਹੋਏ ਆ। ਅੱਜ ਉਹਨਾਂ ਦੇ ਨੰਬਰ ਨੋਟ ਕਰ ਰਹੇ ਆ। ਇਹ ਕਿਆ ਕਰਦੇ ਨੰਬਰ ਨੋਟ ਕਰਕੇ? ਅਸੀਂ ਟੈਕਸ ਨਹੀਂ ਦਿੰਦੇ, ਸਾਨੂੰ ਗੱਡੀਆਂ ਦੇ ਦੇਵੇਂ, ਸਾਨੂੰ ਦਵੇਂ ਵੱਡੀਆਂ ਗੱਡੀਆਂ ਲੈ ਕੇ ਅਸੀਂ ਗੱਡੀਆਂ ਦੇ ਉੱਤੇ ਆ ਜਾ ਕਰੂੰਗੇ। ਸਾਡੇ ਕੋਲ ਟਰੈਕਟਰ ਸਿਰਫ ਆਉਣ ਵਾਸਤੇ, ਅਸੀਂ ਟਰੈਕਟਰਾਂ ਤੇ ਹੀ ਆਉਂਗੇ। ਜੇ ਸਾਨੂੰ ਕੱਲ ਨੂੰ ਪਰੇਸ਼ਾਨ ਕਰੂੰਗੇ, ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਸੱਦੇ ਦੇ ਉੱਤੇ ਹੀ ਅਸੀਂ ਇਹਨਾਂ ਦੇ ਉੱਤੇ ਜਾ ਕੇ ਜਾਮ ਲਾ ਦੂੰਗੇ। ਫਿਰ ਅਗਰ ਇਹਨਾਂ ਨੇ ਸਾਨੂੰ ਪਰੇਸ਼ਾਨ ਕਰਿਆ, ਅਸੀਂ ਕਿਸਾਨ ਹੈ, ਅਸੀਂ ਡਰਨ ਵਾਲੇ ਨਹੀਂ ਹੈ। ਸਾਨੂੰ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਡੰਡੇ ਮਾਰਦੇ ਕਿਆ ਕਰਦੇ। ਇਹ ਪੁਲਿਸ ਵਾਲੇ ਵੀ ਸਾਡੇ ਹੀ ਭਾਈ ਹੈ, ਇਹਨਾਂ ਨੂੰ ਪਤਾ ਹੈ ਕਿ ਸਾਡੀਆਂ ਕਿਆ ਮਜਬੂਰੀਆਂ। ਅਸੀਂ ਇੱਥੇ ਜਨਤਾ ਦੇ ਦੁੱਖ ਕਰਕੇ ਔਰ ਪ੍ਰੋਪਰ ਸਾਰੇ ਹਿੰਦੁਸਤਾਨ ਦੀ ਭਾਰਤ ਦੀ ਜਨਤਾ ਦੇ ਦੁੱਖ ਕਰਕੇ ਇੱਥੇ ਬੈਠੇ ਹਾਂ ਔਰ ਬੈਠੇ ਰਹੂੰਗੇ ਜਦੋਂ ਤੱਕ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ। ਤੇ ਸਾਰੀ ਸਾਡੀ ਪਿੰਡੂ ਸੰਘਰਸ਼ ਕਮੇਟੀ ਹੈ, ਇੱਥੇ ਸਾਰੇ ਪਿੰਡਾਂ ਦੇ ਲੋਕ ਅਲੱਗ-ਅਲੱਗ ਅਸੀਂ ਵੰਡ ਕੇ ਆਪਣੀਆਂ ਡਿਊਟੀਆਂ ਲਾ ਕੇ ਬੈਠੇ ਹਾਂ। ਤੇ ਅਸੀਂ ਸਾਡੇ ਬੱਚੇ ਵੀ, ਸਾਡੀਆਂ ਔਰਤਾਂ ਵੀ ਜਿਹੜੀਆਂ ਰੋਟੀਆਂ ਤੋਂ ਵੀ ਭੁੱਖੀਆਂ ਵਿਚਾਰੀਆਂ ਇੱਥੇ ਬੈਠੀਆਂ, ਕਿਉਂਕਿ ਉਹਨਾਂ ਦਾ ਰੋਟੀ ਦਾ ਵੀ ਸਿਸਟਮ ਇਹਨਾਂ ਨੇ ਖਤਮ ਕਰਤਿਆ। ਗੈਸਾਂ ਕਿੰਨੀਆਂ ਮਹਿੰਗੀਆਂ ਕਰਤੀਆਂ, ਤੇਲ ਕਿੰਨੇ ਮਹਿੰਗੇ ਕਰਤੇ। ਇਸ ਕਰਕੇ ਉਹ ਵੀ ਸਾਡੇ ਨਾਲ ਇੱਥੇ ਸਹਿਯੋਗ ਦੇ ਰਹੀਆਂ ਤੇ ਹਮੇਸ਼ਾ ਹੀ ਦਿੰਦੀਆਂ ਰਹੂੰਗੀਆਂ। ਔਰ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਬੈਠੇ ਹਾਂ। ਸਾਡੇ ਵੱਲੋਂ ਕਿਸੇ ਨੂੰ ਕੋਈ ਤਕਲੀਫ ਨਹੀਂ, ਸਾਡੇ ਵੱਲੋਂ ਪੁਲਿਸ ਭਾਈਆਂ ਨੂੰ ਵੀ ਕੋਈ ਤਕਲੀਫ ਨਹੀਂ ਔਰ ਸਾਨੂੰ ਵੀ ਉਹਨਾਂ ਵੱਲੋਂ ਕੋਈ ਦਿੱਕਤ ਨਹੀਂ ਹੈਗੀ। ਸਰ ਪਹਿਲਾਂ ਤਾਂ ਅੱਜ ਦੇ ਕਿਸਾਨ ਅੰਦੋਲਨ ਬਾਰੇ ਦੱਸੋ, ਜਿਹੜਾ ਕਿਸਾਨ ਦੇਖੋ, ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਵੀ ਅੱਜ 27 ਤਰੀਕ ਨੂੰ ਪੂਰਾ ਭਾਰਤ ਬੰਦ ਰੱਖਣਾ, ਕਿਉਂਕਿ 10 ਮਹੀਨੇ ਹੋ ਗਏ ਸਾਡੇ ਬਜ਼ੁਰਗਾਂ ਨੂੰ ਉੱਥੇ ਬੈਠੇ ਨੂੰ ਔਰ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ 1 ਸਾਲ ਹੋ ਗਿਆ ਜੀ। ਅੱਜ ਉਹਨਾਂ ਦੀ ਕਾਲ ਸੀ ਵੀ ਭਾਰਤ ਬੰਦ ਰੱਖਣਾ ਹੈ। ਅੱਜ ਇਸ ਬੰਦ ਦੀ ਬੜੀ ਸਫਲਤਾ ਹੈ, ਲੋਕਾਂ ਦਾ ਬੜਾ ਹੁੰਗਾਰਾ ਹੈ। ਆਪਣੇ ਪਿੰਡ 'ਚ ਵੀ ਚਲੇ ਜਾਓ ਤੁਸੀਂ, ਅੰਦਰ ਵੀ ਸਾਰਾ ਬਾਜ਼ਾਰ ਬੰਦ ਹੈ। ਲੋਕਾਂ ਨੂੰ ਅਸੀਂ ਇੱਕ ਵਾਰੀ ਅਪੀਲ ਕੀਤੀ, ਲੋਕ ਕਹਿੰਦੇ ਵੀ ਅਸੀਂ ਸਾਥ ਹੈ ਤੁਹਾਡੇ ਔਰ ਇਹ ਸਾਥ ਤੁਹਾਨੂੰ ਦੱਸ ਰਿਹਾ ਹੈ ਵੀ ਅੱਜ ਕਿੰਨਾ ਲੋਕਾਂ ਦਾ ਸਾਥ ਹੈ ਭਾਰਤ ਬੰਦ 'ਚ। ਔਰ ਇਹ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ। ਜਿਸ ਮੋਦੀ ਨੂੰ ਕਦੇ ਉਹਨੂੰ ਵਰਲਡ ਲੈਵਲ ਤੇ ਕਹਿੰਦੇ ਸੀ ਵੀ ਸਾਰੀ ਦੁਨੀਆ ਉਹਦੀ ਜੈ ਜੈਕਾਰ ਕਰਦੀ ਹੈ, ਪਰ ਮੋਦੀ ਜੀ ਬੀਜੇਪੀ ਵਾਲਿਓ ਤੁਹਾਨੂੰ ਪਤਾ ਲੱਗ ਗਿਆ ਅਮਰੀਕਾ ਤੁਹਾਡਾ ਕਿਆ ਹਾਲ ਹੋ ਰਿਹਾ ਹੈ। ਤੁਹਾਨੂੰ ਉਪ ਰਾਸ਼ਟਰਪਤੀ ਕਮਲਾ ਜੀ ਉਹ ਤੁਹਾਨੂੰ ਲੋਕਤੰਤਰ ਦਾ ਪਾਠ ਪੜ੍ਹਾ ਰਹੀ ਹੈ। ਯਾਰ ਹੱਦ ਹੋ ਗਈ, ਤੁਹਾਨੂੰ ਅਮਰੀਕਾ ਲੋਕਤੰਤਰ ਦਾ ਪਾਠ ਪੜ੍ਹਾਵੇ। ਕਿਉਂ ਪੜ੍ਹਾਵੇ? ਕਿਉਂਕਿ ਤੁਸੀਂ ਸਾਡੇ ਬਜ਼ੁਰਗਾਂ ਨੂੰ 6 ਮਹੀਨੇ ਤੋਂ ਦਿੱਲੀ ਦੇ
ਦਿੱਲੀ ਵਿਖੇ ਬਿਠਾ ਲਿਆ, ਉਹਨਾਂ ਦੀ ਸੁਣਾਈ ਨਹੀਂ ਕਰ ਰਹੇ। ਤੇ ਤੁਸੀਂ ਲੋਕਤੰਤਰ ਦੀਆਂ ਗੱਲਾਂ ਤਾਂ ਹੁਣ ਤੁਹਾਨੂੰ ਅਮਰੀਕਾ ਹੀ ਪੜਾਊਗਾ ਤੇ ਤੁਹਾਨੂੰ ਉੱਥੇ ਦਾ ਰਾਸ਼ਟਰਪਤੀ ਗਾਂਧੀ ਗੱਲਾਂ ਸੁਣਾ ਰਿਹਾ ਯਾਰ। ਹੱਦ ਹੋ ਗਈ ਮੋਦੀ ਜੀ। ਸੋ ਇਹ ਮੋਦੀ ਜੀ ਦਾ ਹੁਣ ਆਉਣ ਵਾਲਾ ਸਮਾਂ, ਇਹ ਸਾਡੇ ਕਾਲੇ ਕਾਨੂੰਨ ਜੇ ਵਾਪਸ ਨਹੀਂ ਕਰੇਗਾ ਤਾਂ ਹੁਣ ਸਾਡਾ ਅਗਲਾ ਟਾਰਗੇਟ ਮੋਦੀ ਹੈ, ਬੀਜੇਪੀ ਹੈ, ਇਹਦੀ ਜੜ੍ਹਾਂ ਪੱਟਾਂਗੇ। ਤਾਂ ਤੁਹਾਡੇ ਜਿਹੜੇ ਕ੍ਰਿਸ਼ੀ ਕਾਨੂੰਨ ਆ ਮੰਤਰੀ ਆ, ਉਹਨਾਂ ਨੇ ਕੱਲ੍ਹ ਕਿਹਾ ਕਿ ਜਿਹੜੇ ਕਿਸਾਨ ਆ ਉਹ ਟੇਬਲ ਤੇ ਆ ਕੇ ਗੱਲ ਕਰਨ, ਲੇਕਿਨ ਜਿਹੜੇ ਕਿਸਾਨ ਨੇਤਾ ਉਹਨਾਂ ਨੇ ਸਾਫ਼ ਕਹਿ ਦਿੱਤਾ ਪਹਿਲਾਂ ਕ੍ਰਿਸ਼ੀ ਕਾਨੂੰਨ ਜਿਹੜੇ ਆ ਬਣਾਏ ਆ ਉਹ ਰੱਦ ਕੀਤੇ ਜਾਣਗੇ। ਬਿਲਕੁਲ ਸਾਡੀ ਇਹੀ ਸ਼ੁਰੂ ਤੋਂ ਮੰਗ ਰਹੀ ਹੈ ਵੀ ਕ੍ਰਿਸ਼ੀ ਕਾਨੂੰਨ ਰੱਦ ਹੋਣ। ਉਸ ਤੋਂ ਬਾਅਦ ਅਗਲੀ ਗੱਲ ਹੈ ਵੀ ਹੁਣ ਜੇ ਨਹੀਂ ਕਰਨਗੇ ਫਿਰ ਮੋਦੀ ਦਾ, ਅਸੀਂ ਅਗਲਾ ਟਾਰਗੇਟ ਮੋਦੀ ਹੈ ਸਾਡਾ, ਬੀਜੇਪੀ ਹੈ, ਇਹਨੂੰ ਹਰਾ ਕੇ ਹਟਾਂਗੇ। ਇਹਨੂੰ ਹੁਣ ਘਰਾਂ 'ਚ ਨਹੀਂ ਵੜਨ ਦੇਵਾਂਗੇ। ਆਉਣ ਵਾਲਾ ਟਾਈਮ ਚੰਡੀਗੜ੍ਹ ਦਾ ਇਲੈਕਸ਼ਨ ਦਾ ਵੀ ਬੀਜੇਪੀ ਵਾਲਿਆਂ ਨੂੰ ਦੇਖਾਂਗੇ ਉਹ ਕਿਵੇਂ ਸਾਡੇ ਵੋਟਾਂ ਮੰਗਣ ਆਉਣਗੇ। ਮੈਡਮ, ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਅੱਜ ਪੂਰਨ ਜਿਹੜਾ ਬੰਦ ਕੀਤਾ ਗਿਆ ਹੈ, ਕਿਸਾਨ ਸੜਕਾਂ ਤੇ ਹੈ ਔਰ ਸਰਕਾਰ ਦੇ ਕੰਨਾਂ 'ਚ ਅਜੇ ਵੀ ਜੂੰ ਨਹੀਂ ਰਹਿੰਦੀ। ਉਹ ਕਹਿੰਦੇ ਆਓ ਟੇਬਲ ਤੇ ਗੱਲ ਕਰੋ। ਤੁਹਾਡੇ ਕਿਸਾਨ ਨੇਤਾ ਕਹਿ ਰਹੇ ਆ ਪਹਿਲੇ ਕਾਲਾ ਕਾਨੂੰਨ ਰੱਦ ਕਰੋ ਤਾਂ ਅਸੀਂ ਟੇਬਲ ਤੇ ਬੈਠਾਂਗੇ। ਅਸੀਂ ਉਹਨਾਂ ਦੀਆਂ ਗੱਲਾਂ ਥੋੜੀ ਮੰਨੀ ਜਾਵਾਂਗੇ ਕਿ ਜੋ ਉਹ ਕਹੀ ਜਾਣ ਅਸੀਂ ਉਹੀ ਕਰਾਂਗੇ। ਸਾਡੇ ਵੀ ਕੁਝ ਮਤਲਬ ਅੱਗੇ ਵਿਚਾਰ ਨੇ ਕਿ ਪਹਿਲਾਂ ਐਵੇਂ ਕਰੋ ਫਿਰ ਅਸੀਂ ਤੁਹਾਡੇ ਆਵਾਂਗੇ, ਮੀਟਿੰਗ ਕਰਾਂਗੇ। ਜੇ ਤੁਸੀਂ ਰਾਜੇਵਾਲ ਦੀ ਗੱਲ ਕਰਦੇ ਆ, ਰਾਜੇਵਾਲ ਨੇ ਉਹ ਕਹਿੰਦੇ ਆ ਕਿ ਸੁਧਾਰ ਤਾਂ ਅਸੀਂ ਕਰ ਦਿੰਦੇ, ਰੱਦ ਤਾਂ ਅਸੀਂ ਕਰ ਦਿੰਦੇ ਆ ਬਿੱਲ, ਪਰ ਅੱਗੇ ਨੂੰ ਜਿਹੜੇ ਸਾਡੇ ਅਸੀਂ ਹੋਰ ਕਾਨੂੰਨ ਬਣਾਏ ਹੋਏ ਨੇ ਮਜ਼ਦੂਰਾਂ ਵਾਸਤੇ ਜਾਂ ਹੋਰ, ਕਹਿੰਦੇ ਕੱਲ੍ਹ ਨੂੰ ਉਹ ਆ ਕੇ ਖੜ ਜਾਣਗੇ। ਕਹਿੰਦੇ ਇੱਕ ਬਿੱਲ ਦੀ ਨਾ ਆਪਾਂ ਗੱਲ, ਉਹ ਇੱਕ ਬਿੱਲ ਦੀ ਨਹੀਂ ਨਾ ਗੱਲ ਸੋਚ ਰਹੇ ਆ, ਉਹ ਸੋਚ ਰਹੇ ਕਿ ਅੱਜ ਕਿਸਾਨਾਂ ਦੇ ਕੱਲ੍ਹ ਨੂੰ ਮਜ਼ਦੂਰ ਆ ਕੇ ਬੈਠ ਜਾਣਗੇ ਸਾਡੇ ਸਰਾਣੇ। ਤਾਂ ਉਹਨਾਂ ਨੂੰ ਡਰ ਹੈ ਕਿਤੇ ਨਾ ਕਿਤੇ। ਇਹ ਹੁਣ ਤਾਂ ਸਾਰੀ ਦੁਨੀਆ ਉਹਨਾਂ ਦੇ ਵਰਖਲਾਫ ਹੋ ਗਈ ਹੈ। ਇੰਨੀ ਮਹਿੰਗਾਈ, ਅਸੀਂ ਕਿੱਥੇ ਜਾਈਏ ਇੰਨੀ ਮਹਿੰਗਾਈ 'ਚ। ਤੇ ਹੁਣ ਇਹ ਕਿਸਾਨ ਅੰਦੋਲਨ ਤੋਂ ਮਜ਼ਦੂਰ ਵੀ ਜੁੜ ਗਏ। ਲੱਗਦਾ ਹੈ ਕਿ ਬੀਜੇਪੀ ਸਰਕਾਰ ਨੂੰ ਰੱਦ ਕਰੇਗੀ ਜੀ, ਕਿਉਂ ਨਹੀਂ ਕਰੇਗੀ, ਕਰਨਾ ਪਊਗਾ। ਹੁਣ ਇਲੈਕਸ਼ਨ ਵੀ ਆ ਰਹੇ ਆ ਅੱਗੇ ਤਾਂ ਇਲੈਕਸ਼ਨਾਂ 'ਚ ਵੀ ਪਤਾ ਲੱਗ ਜਾਣਾ ਹੈ। ਚੰਡੀਗੜ੍ਹ ਦੇ ਇਲੈਕਸ਼ਨ ਐਮਸੀ ਦੇ ਆ ਰਹੇ ਆ ਦਸੰਬਰ 'ਚ, ਉਹਨਾਂ 'ਚ ਪਤਾ ਲੱਗ ਜਾਣਾ ਹੈ। ਪੰਜਾਬ ਦੇ ਇਲੈਕਸ਼ਨ ਆ ਰਹੇ ਆ, ਉਹਨਾਂ 'ਚ ਪਤਾ ਲੱਗ ਜਾਣਾ। ਯੂਪੀ ਦੇ ਇਲੈਕਸ਼ਨ ਆ ਰਹੇ ਆ, ਉਹਦੇ 'ਚ ਪਤਾ ਲੱਗ। ਮੋਦੀ ਦਾ ਬਸ ਅਡਾਨੀ ਔਰ ਅੰਬਾਨੀਆਂ ਦੀ ਕਠਪੁਤਲੀ ਬਣਿਆ ਪਿਆ, ਉਹ ਕੁਝ ਨਹੀਂ ਕਰ ਸਕਦਾ। ਉਹਦਾ ਦਿਲ ਕਰੇ ਉਹ ਤਾਂ ਕਰ ਵੀ ਦੇਵੇ। ਉਹ ਪਿੱਛੇ ਹੀ ਉਹਦੇ ਕਾਰਪੋਰੇਟ ਘਰਾਣੇ ਆ ਜਿਹੜੇ ਉਹਦੇ ਪਿੱਛੇ ਲੱਗੇ ਹੋਏ ਆ, ਨਹੀਂ ਕਰਨਾ। ਉਹਨਾਂ ਨੂੰ ਪਤਾ ਹੈ ਕਿ ਅਸੀਂ ਫੇਲ ਹੋ ਜਾਵਾਂਗੇ ਕਿਤੇ ਦਾ। ਜੇ ਤੁਸੀਂ ਅੰਬਾਨੀ ਦੀ ਗੱਲ ਕਰੋ, ਉਹ ਪਹਿਲੇ ਨੰਬਰ ਤੇ ਪਹੁੰਚਣੇ ਵਾਲਾ ਸੀਗਾ, ਉਹਦੇ ਇਹ ਜੀ ਕਿਸਾਨਾਂ ਦੀ ਚਪੇੜ ਵੱਜੀ, ਉਹ 9ਵੇਂ ਨੰਬਰ ਤੇ ਆ ਗਿਆ। ਕੋਈ ਛੋਟੀ ਮੋਟਾ ਅੰਦੋਲਨ ਨਹੀਂ ਹੈ ਇਹ ਜਿਹੜਾ ਇੰਨਾ ਚੱਲ ਰਿਹਾ ਵੱਧ ਚੜ ਕੇ। ਤੁਸੀਂ ਅਮਰੀਕਾ ਦੀ ਗੱਲ ਕਰ ਲਓ, ਮੋਦੀ ਅਮਰੀਕਾ ਗਿਆ, ਕਿੰਨਾ ਕੁਝ ਹੋਇਆ ਉੱਥੇ, ਕਿੰਨੇ ਲੋਕਾਂ ਨੇ ਉਹਨਾਂ ਦੇ ਅੰਗੇਂਸਟ ਗਏ। ਉਹ ਜੇ ਕਹਿੰਦੇ ਆ ਕਿ ਉੱਥੇ ਤਾਂ ਇੰਨਾ ਪੜ੍ਹੇ ਲਿਖੇ ਮੈਂਬਰ ਨੇ, ਸਭ ਕੁਝ ਹੈ, ਦੁਨੀਆ ਪੜ੍ਹੀ ਲਿਖੀ ਹੈ, ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ। ਜੇ ਉਹ ਸਾਨੂੰ ਕਿਸਾਨਾਂ ਨੂੰ ਕਹਿੰਦੇ ਅਸੀਂ ਖੇਤਾਂ ਜੋਗੇ ਹੀ ਹਾਂ, ਅੱਜ ਤਾਂ ਸਾਡਾ ਵਰਗ ਇੰਨਾ ਪੜ੍ਹਿਆ ਲਿਖਿਆ ਹਰ ਵਰਗ 'ਚ ਜਾ ਰਹੇ ਹੈ। ਕੋਈ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਜਿਹੜੇ ਇਹਨਾਂ ਨੇ 3 ਕਾਨੂੰਨ ਬਣਾਏ ਹੈ। ਆਪਣੇ ਪਿੰਡ ਦਾ ਮੁੰਡਾ ਹੈ। ਜਿਸ ਤਰ੍ਹਾਂ ਅੱਜ ਸਰਕਾਰ ਨੇ ਵੀ ਨਿਯੋਤਾ ਦਿੱਤਾ ਹੈ ਕਿ ਕਿਸਾਨ ਆ ਕੇ ਗੱਲ ਕਰਨ, ਟੇਬਲ ਤੇ ਹੀ ਹੋਏਗਾ, ਪਰ ਉੱਚ ਜਿਹੜੇ ਤੁਹਾਡੇ ਕਿਸਾਨ ਨੇਤਾ ਨੇ ਉਹਨਾਂ ਨੇ ਕਹਿਤਾ ਜਦੋਂ ਤੱਕ ਕਾਲੇ ਬਿੱਲ ਵਾਪਸ ਨਹੀਂ ਹੁੰਦੇ ਜਦ ਤੱਕ ਗੱਲਬਾਤ ਨਹੀਂ ਹੋ ਸਕਦੀ। ਦੇਖੋ, ਜਦੋਂ ਆ ਕੇ ਗੱਲਬਾਤ ਕਰਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, 11 ਵਾਰ ਉੱਥੇ ਮੀਟਿੰਗ ਸਾਡੀਆਂ ਹੋ ਚੁੱਕੀਆਂ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮੰਨਿਆ ਹੈ ਕਿ ਜਿਹੜੇ ਇਹ ਕਾਲੇ ਕਾਨੂੰਨ ਇਹ ਬਣਾਏ ਆ ਇਹ ਵਾਕਈ ਕਾਲੇ ਆ। ਤਾਂ ਫਿਰ ਉਹਨਾਂ ਦੀ ਉਹ ਇੱਕ ਵੀ ਵੀਡੀਓ ਵਾਇਰਲ ਕਰ ਦੇਣ, ਸਾਰੀ ਪਬਲਿਕ ਸੁਣ ਲਏਗੀ ਕੀ ਹੈ। ਅਜੇ ਵੀ ਉਹ ਕਹੀ ਜਾਂਦੇ ਆ ਕਾਲੇ ਕਾਨੂੰਨ ਇਹ ਸਹੀ ਹੈ। ਉਹ ਵੈਸੇ ਮੰਨ ਚੁੱਕੀ ਹੈ ਸਰਕਾਰ। ਮੀਟਿੰਗ ਕਰਨ ਤੋਂ ਕਦੋਂ ਕਿਸਾਨ ਨੇਤਾਵਾਂ ਨੇ ਮਨਾ ਕੀਤਾ ਹੈ? ਬਿਲਕੁਲ ਨਹੀਂ ਉਹਨਾਂ ਨੇ ਮਨਾ ਕੀਤਾ। ਉਹ ਜਾਂਦੇ ਆ, ਉਹ ਜਦੋਂ ਆਪਣੀਆਂ ਗੱਲਾਂ ਰੱਖਦੇ ਆ ਉੱਥੇ, ਉਹ ਦੂਜੇ ਉਹ ਸੁਣਨ ਲਈ ਤਿਆਰ ਹੀ ਨਹੀਂ ਹੁੰਦੇ, ਮੰਨ ਹੀ ਜਾਂਦੇ ਆ। ਉਹਨਾਂ ਨੂੰ ਜਵਾਬ ਦੇਣਾ ਨਹੀਂ ਆ ਰਿਹਾ। ਬਲਕਿ ਤੁਸੀਂ ਰਾਜੇਵਾਲ ਸਾਹਿਬ ਦੀਆਂ ਇੰਟਰਵਿਊ ਸੁਣ ਕੇ ਦੇਖ ਲਿਓ, ਉਹ ਕਹਿੰਦੇ ਆ ਵੀ ਕਾਲੇ ਕਾਨੂੰਨ ਇਹ ਗਲਤ ਹੈ, ਪਰ ਸਾਨੂੰ ਹੁਣ ਸਮਝ ਨਹੀਂ ਆ ਰਿਹਾ ਵੀ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਰੱਦ ਕਰੀਏ। ਇਹਨਾਂ ਨੂੰ ਵੋਟਾਂ ਪਾਣੇ। ਸਰ, ਜਿਸ ਤਰ੍ਹਾਂ ਅੱਜ ਬੰਦ ਦਾ ਮਾਹੌਲ ਕੀਤੀ ਹੈ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਜ਼ਰੂਰੀ ਸੀ ਔਰ ਬਹੁਤ ਮੇਰੇ ਵੀਰ ਅਜੇ ਪਿੰਡੂ ਜਾਗਰਤ ਨਹੀਂ ਹੋਏ। ਪਿੰਡ ਵਾਲੇ ਲੋਕ ਨਾ ਸਿੱਧੇ ਸਾਦੇ ਹੁੰਦੇ ਆ, ਇਹਨਾਂ ਦੇ ਮਨ 'ਚ ਵੈਰ ਵਿਰੋਧ ਬਹੁਤ ਘੱਟ ਹੁੰਦਾ। ਸੋ ਪਿੰਡਾਂ ਨੂੰ ਜਾਗਰਤ ਕਰਨ ਲਈ ਤੇ ਆਪਣੀ ਤਾਕਤ ਦਿਖਾਉਣ ਲਈ ਬਹੁਤ ਜ਼ਰੂਰੀ ਹੈ। ਲੇਕਿਨ ਸਰਕਾਰ ਦੇ ਕੰਨਾਂ 'ਚ ਜੂੰ ਹੱਸ ਤੱਕ ਨਹੀਂ ਬਹੁਤ ਪਈ ਹੈ, ਸਰਕਾਰ ਅੰਦਰੋਂ ਹਿੱਲੀ ਪਈ ਹੈ, ਇਹ ਭੁਲੇਖਾ ਹੈ।
ਬਿਲਕੁਲ ਹਿੱਲੀ ਪਈ ਹੈ। ਸਰਕਾਰ ਦਾ ਆਉਣਾ ਜਿਹੜਾ ਬੰਦ ਕੀਤਾ ਹੋਇਆ, ਜਿਵੇਂ ਆਦਮੀ ਦਾ ਪਿਸ਼ਾਬ ਬੰਦ ਹੋ ਜੇ ਨਾ ਤੇ ਇੱਕ ਦੂਜੇ ਕਰਾਰੀ ਹੁੰਦਾ, ਉਹ ਗੱਲ ਉਹਨਾਂ ਦਾ। ਹੁਣ ਲੱਗਦਾ ਕਿ ਤੁਹਾਨੂੰ ਇਹ ਕਾਲੇ ਬਿੱਲ ਨਜ਼ਦੀਕ ਹੀ ਹੈ ਵਾਪਸ ਹੋਣ ਦੀ, ਕਿਉਂਕਿ ਇਹਨਾਂ ਦੇ ਬੰਦੇ ਛੱਡ ਕੇ ਜਾ ਰਹੇ, ਇਹਨਾਂ ਪ੍ਰੈਸ਼ਰ ਪੈ ਰਿਹਾ। ਕਿੰਨੇ ਬੰਦੇ ਛੱਡ ਕੇ ਚਲੇ ਗਏ, ਪਰ ਬੇਸ਼ਰਮ ਹੈ ਇਹ, ਫਸ ਗਿਆ ਉਧਰੋਂ ਵੀ ਤੇ ਇੱਧਰੋਂ। ਉਧਰ ਨਿਸ਼ਾਨਾ ਬਹੁਤ ਗਲਤ ਸੀ, ਇੱਧਰੋਂ ਕਿਸਾਨ ਦੇ ਕੋਲੇ ਫਸ ਗਿਆ। ਕਿਸਾਨ ਟਸ ਤੋਂ ਬਸ ਨਹੀਂ ਹੋਣ ਵਾਲਾ, ਇਸ ਲਈ ਦਿਨ ਥੋੜ੍ਹੇ ਹੀ ਆ ਇਹਨਾਂ ਦੇ। ਤੁਸੀਂ ਰੈਪਰ ਕਲਾ ਲੈ ਲਓ, ਚਾਹੇ ਤੁਸੀਂ ਮੱਖਣ ਮਾਜਰਾ, ਇਹ ਨੇੜੇ ਨੇੜੇ ਪਿੰਡ ਦੇ ਆਪਣਾ ਹੱਲੋ ਮਾਜਰਾ ਲੈ ਲਓ। ਹੁਣ ਤਾਂ ਜਿਹੜਾ ਕਿਸਾਨਾਂ ਦੇ ਉੱਤੇ ਕੇਸ ਵੀ ਦਰਜ ਕੀਤੇ ਜਾਂਦੇ ਹਨ, ਲਾਠੀ ਚਾਰਜ ਹੋ ਰਹੀ ਹੈ। ਜਿਹੜੀ ਇਸ ਤਰ੍ਹਾਂ ਨਹੀਂ ਰਾਜੀ ਨਾਲ ਨਹੀਂ ਕਿਸਾਨ ਮੰਨਦੇ ਤਾਂ ਉਹਨਾਂ ਦੇ ਉੱਤੇ ਲਾਠੀ ਚਾਰਜ ਔਰ ਉਹਨਾਂ ਦੇ ਉੱਤੇ ਕੇਸ ਵੀ ਦਰਜ। ਕੀ ਕਰ ਲੈਣਗੇ ਲਾਠੀ ਚਾਰਜ ਕਰਕੇ? ਕਿਹੜੇ ਕੇਸ ਦਰਜ ਕਰ ਲੈਣਗੇ? ਅਸੀਂ ਨਾ ਲਾਠੀ ਚਾਰਜ ਤੋਂ ਡਰਦੇ ਆ, ਨਾ ਅਸੀਂ ਉਹਨਾਂ ਦੇ ਕੇਸ ਦਰਜ ਤੋਂ ਕਰਦੇ। ਦੇਖਿਆ ਨਹੀਂ ਕਰਨਾਲ ਮੋਰਚਾ ਲਗਾ ਕੇ ਸਾਰਿਆਂ ਨੂੰ ਵਾਪਸ ਲੈ ਕੇ ਆਏ ਆ ਉੱਥੋਂ। ਡੀਸੀ ਦਫ਼ਤਰ ਜਦੋਂ ਘੇਰ ਲਿਆ ਤਾਂ ਉਹਨਾਂ ਨੂੰ ਮੰਨਣਾ ਨਹੀਂ ਪਿਆ ਹੈ ਉੱਥੇ, ਤਾਂ ਫਿਰ ਕਿਸ ਤਰ੍ਹਾਂ ਕਹਿ ਰਹੇ ਆ ਵੀ ਲਾਠੀ ਚਾਰਜ ਕਰਕੇ ਇਹਨਾਂ ਨੂੰ ਉਠਾ ਦੇਵਾਂਗੇ? ਇਹ ਕਿਸਾਨ ਹੈ ਸਾਡੇ ਤੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀਆਂ, ਇਹਨਾਂ ਨੇ ਨਾ ਕਦੇ ਜ਼ੁਲਮ ਕੀਤਾ ਹੈ ਤੇ ਨਾ ਹੀ ਜ਼ੁਲਮ ਸਹਿਆ ਹੈ। ਅੱਜ ਤੁਸੀਂ ਭਾਰਤ ਬੰਦ ਦੀ ਗੱਲ ਕੀਤੀ ਹੈ। ਭਾਰਤ ਬੰਦ ਦਾ ਹੁਣ ਤੁਸੀਂ ਦੇਖ ਲਓ, ਇਹ ਭਾਰਤ ਬੰਦ ਅਸੀਂ ਦੁਕਾਨਾਂ ਵਾਲਿਆਂ ਨੂੰ ਕਹਿਣ ਗਏ ਕਿ ਦੁਕਾਨਾਂ ਕੱਲ ਅਸੀਂ ਪੂਰਾ ਰਾਉਂਡ ਕੀਤਾ ਕਿ ਦੁਕਾਨਾਂ ਨੂੰ ਤੁਸੀਂ ਬੰਦ ਰੱਖਣਾ ਹੈ, ਪਰ ਉਹ ਕਹਿ ਰਹੇ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ, ਅਸੀਂ ਵੀ ਤਾਂ ਰੋਟੀ ਖਾ ਰਹੇ ਹਾਂ, ਇਹ ਸਾਡਾ ਵੀ ਅੰਦੋਲਨ ਹੈ, ਇਹ ਜਨ ਅੰਦੋਲਨ ਹੈ। ਤਾਂ ਉਹਨਾਂ ਨੇ ਆਪਣੇ ਆਪ ਹੀ ਦੁਕਾਨਾਂ ਬੰਦ ਕਰ ਲਈਆਂ।